की सुखमना नाम दी बाणी गुरु रामदास पातशाह ने रचना ਉਹਦੀ ਕੀਤੀ ਸੀ। ਕੀ ਰਾਮਦਾਸ ਪਾਤਸ਼ਾਹ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਕਿਧਰੇ ਵੀ ਆਪਣੀ ਬਾਣੀ ਦੇ ਵਿੱਚ ਸੁਖਮਨਾ ਲਫ਼ਜ਼ ਯੂਜ਼ ਕੀਤਾ ਹੋਵੇ? ਇਹ ਜਿਹੜੇ ਕੰਟਰੋਵਰਸ਼ਲ ਜਿਹੜੀਆਂ ਤੁਕਾਂ ਉਹਦੇ ਵਿੱਚ ਪਾ ਦਿੱਤੀਆਂ ਗਈਆਂ ਜਿਸ ਦਾ ਕੋਈ ਲੈਣਾ ਦੇਣਾ ਨਹੀਂ ਗੁਰਬਾਣੀ ਨਾਲ, ਉਹ ਕਿੱਥੋਂ ਆ ਗਈਆਂ? ਸਤਿ ਸ਼੍ਰੀ ਅਕਾਲ, ਮੈਂ ਸਵਰਨਬੀਰ ਸਿੰਘ ਆਪ ਸਾਰੇ ਜੀ ਦਾ ਅਹਿਮ ਮੁੱਦੇ ਵਿੱਚ ਵੈਲਕਮ ਕਰਦਾ ਹਾਂ। ਅੱਜ ਜਿਸ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਮੁੱਦਾ ਅਸੀਂ ਸਾਰੇ ਜਾਣਦੇ ਹਾਂ ਇਸ ਵੇਲੇ ਬਹੁਤ ਹੀ ਭਖਿਆ ਹੋਇਆ ਵੇ। ਜਿਹੜੇ ਗੁਰਬਾਣੀ ਗਲਤ ਤਰੀਕੇ ਦੇ ਨਾਲ ਛਾਪੀ ਜਾ ਰਹੀ ਹੈ, ਜਿਹੜੇ ਗੁਟਕੇ ਗੁਰਦੁਆਰੇ ਦੇ ਵਿੱਚ ਮਿਲੇ ਨੇ, ਜਿਹਦੀ ਸੁਖਮਨਾ ਸਾਹਿਬ ਦੀ ਬਾਣੀ, ਹਵਨ ਦੀਆਂ ਵਿਧੀਆਂ ਤੇ ਨਾਮਧਾਰੀ ਬਾਬੇ ਦੇ ਜਿਹੜੇ ਨਾਮ ਤੇ ਜਿਹੜੇ ਗੁਟਕੇ ਛਪੇ ਜਾ ਰਹੇ ਨੇ। ਅਸੀਂ ਇਸ ਮੁੱਦੇ ਤੇ ਕੱਲ ਦੇ ਮਾਰਨਿੰਗ ਸ਼ੋ ਤੇ ਛੋਟੀ ਜਿਹੀ ਗੱਲ ਕੀਤੀ ਸੀ, ਲੇਕਿਨ ਜਿਹੜੇ ਬਿੱਪਰ ਨੇ, ਜਿਹੜੇ ਐਂਟੀ ਸਿੱਖ ਜਿਹੜਾ ਸਮਾਜ ਹੈ ਜਿਹੜਾ ਕੰਮ ਕਰਦਾ ਵੇ, ਉਹਨਾਂ ਨੇ ਇਸ ਉੱਤੇ ਤਿੱਖੇ ਹਮਲੇ ਕੀਤੇ ਨੇ ਔਰ ਇਸ ਸਾਰੇ ਗੁਟਕਿਆਂ ਨੂੰ, ਸਾਰੇ ਕੰਮ ਨੂੰ ਜਾਇਜ਼ ਠਹਿਰਾਇਆ ਵੇ। ਔਰ ਅਸੀਂ ਆਪਣਾ ਫਰਜ਼ ਸਮਝਿਆ ਕਿ ਅਸੀਂ ਅੱਜ ਤੁਹਾਡੇ ਨਾਲ ਫੇਰ ਰੂਬਰੂ ਹੋ ਕੇ ਇਸ ਮੁੱਦੇ ਤੇ ਆਪਣੇ ਵਿਊਅਰਸ ਨੂੰ, ਕਿਉਂਕਿ ਸਾਡੇ ਵਿਊਅਰਸ ਨੇ ਸਾਨੂੰ ਅਪਰੋਚ ਕੀਤਾ ਸੀਗਾ ਕਿ ਇਸ ਮੁੱਦੇ ਤੇ ਕਲੀਅਰ ਗੱਲ ਕੀਤੀ ਜਾਵੇ, ਕਲੀਅਰਲੀ ਤੁਹਾਨੂੰ ਛੋਟੇ ਸੰਖੇਪ ਦੇ ਵਿੱਚ ਤੁਹਾਨੂੰ ਸਮਝਾ ਸਕੇ ਕਿ ਐਕਚੁਅਲ ਦੇ ਵਿੱਚ ਇਹ ਮੁੱਦਾ ਕੀ ਹੈ ਤੇ ਕਿਹੜੀ ਬਾਣੀਆਂ ਦੇ ਨਾਲ ਛੇੜਛਾੜ ਕੀਤੀ ਗਈ ਹੈ। ਸਾਡੇ ਨਾਲ ਮੌਜੂਦ ਨੇ ਵੀਰ ਕੰਵਲਪਾਲ ਸਿੰਘ ਜੀ ਇੰਡੀਆ ਤੋਂ, ਜਿਹੜੇ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਇਹਨਾਂ ਦੀ ਤਾਰੂਫ ਦਾ ਸਾਨੂੰ ਲੋੜ ਨਹੀਂ ਹੈ ਕਿ ਸਾਰੇ ਅਸੀਂ ਇਹਨਾਂ ਨੂੰ ਜਾਣਦੇ ਹਾਂ। ਗੁਰਮਤ ਦੇ ਪ੍ਰਚਾਰਕ ਨੇ ਔਰ ਚੰਗੀ ਤਰ੍ਹਾਂ ਗੁਰਮਤ ਦੇ ਪ੍ਰਚਾਰ ਪੂਰੀ ਜਗ੍ਹਾ ਤੇ ਘੁੰਮ ਫਿਰ ਕੇ ਕਰਦੇ ਨੇ। ਸਾਡੇ 5K ਦੇ ਅਟੁੱਟ ਅੰਗ ਨੇ ਔਰ ਸਾਨੂੰ ਹਮੇਸ਼ਾ ਇਹਨਾਂ ਤੇ ਮਾਣ ਹੈ ਕਿ ਸਾਨੂੰ ਹਮੇਸ਼ਾ ਗਾਈਡ ਕਰਦੇ ਰਹਿੰਦੇ ਨੇ ਗੁਰਮਤ ਦੇ ਪੱਖੋਂ। ਅੱਜ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਕੀ ਇਹ ਸਾਰਾ ਜਿਹੜਾ ਐਪੀਸੋਡ ਚੱਲ ਰਿਹਾ ਵੇ ਇਹਦਾ ਕੀ ਸੱਚ ਹੈ ਔਰ ਇਹਦਾ ਗੁਰਮਤ ਦੇ ਨਾਲ ਕਿੰਨਾ ਕੁ ਲੈਣਾ ਦੇਣਾ ਵੇ। ਵੀਰ ਕੰਵਲਪਾਲ ਸਿੰਘ ਜੀ, ਮੈਂ ਤੁਹਾਡਾ ਵੈਲਕਮ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਕੰਵਲਪਾਲ ਸਿੰਘ ਜੀ, ਅਗਰ ਅਸੀਂ ਗੱਲ ਦੀ ਸ਼ੁਰੂਆਤ ਕਰੀਏ ਤਾਂ ਪ੍ਰੀਸਾਈਸਲੀ ਅਗਰ ਤੁਸੀਂ ਦੱਸੋ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਆ ਸੁਖਮਨਾ ਦੀ, ਕਿਉਂਕਿ ਇਹ ਲਫ਼ਜ਼ ਜਿਹੜਾ ਹੈਗਾ ਵੇ ਬੜੇ ਚਰਚਾ ਦੇ ਵਿੱਚ ਆਇਆ। ਇਹ ਸੁਖਮਨਾ ਦਾ ਸ਼ਾਬਦਿਕ ਅਰਥ ਕੀ ਹੈ? ਵੀਰ ਜੀ, ਸੁਖਮਨਾ ਜਿਹੜਾ ਸ਼ਬਦ ਹੈ ਉਹ ਭਾਈ ਕਾਹਨ ਸਿੰਘ ਨਾਭਾ ਜੀ ਦੀ ਜਿਹੜੀ ਮਹਾਨ ਕੋਸ਼ ਹੈ ਉਸ ਵਿੱਚ ਦਰਜ ਹੈ ਕਿ ਇਹ ਇੱਕ ਕਲਪਨਾ ਕੀਤੀ ਹੋਈ ਨਾੜੀ ਹੈ। ਮਤਲਬ ਇਹ ਨਾੜੀ ਹੈ ਵੀ ਕਿ ਨਹੀਂ ਹੈ ਇਸ ਬਾਰੇ ਕੁਝ ਉਹਨਾਂ ਨੇ ਸਪਸ਼ਟ ਨਹੀਂ ਕੀਤਾ। ਉਹਨਾਂ ਨੇ ਕਿਹਾ ਇਹ ਜੋਗੀਆਂ ਵੱਲੋਂ ਕਲਪਨਾ ਕੀਤੀ ਹੋਈ ਨਾੜੀ ਹੈ ਕਿ ਇਹ ਨਾੜੀ ਜਿਸ ਵਕਤ ਤੱਕ ਅਸੀਂ ਇੱਥੇ ਪਹੁੰਚਦੇ ਹਾਂ ਤੇ ਉੱਥੇ ਸਾਨੂੰ ਪਰਮ ਆਨੰਦ ਦੀ ਇੱਕ ਅਵਸਥਾ ਪ੍ਰਾਪਤ ਹੁੰਦੀ ਹੈ। ਜੀ। ਦੂਜੀ ਗੱਲ ਇਹ ਵੇ ਕਿ ਜਿਹੜੇ ਬਿੱਪਰ ਨੇ ਉਹ ਇਸ ਗੱਲ ਨੂੰ ਬੜਾ ਕਹਿ ਰਹੇ ਨੇ ਕਿ ਇਹ ਜਿਹੜੀ ਸੁਖਮਨਾ ਨਾਮ ਦੀ ਜਿਹੜੀ ਬਾਣੀ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਚੀ ਸੀ ਤੇ ਇਸ ਕਰਕੇ ਉਹਦੇ ਨਾਮ ਦਾ ਗੁਟਕਾ ਜਿਹੜਾ ਹੈਗਾ ਵੇ ਉਹ ਪ੍ਰਕਾਸ਼ਿਤ ਕੀਤਾ ਗਿਆ ਵੇ। ਕੀ ਸੁਖਮਨਾ ਨਾਮ ਦੀ ਬਾਣੀ ਗੁਰੂ ਰਾਮਦਾਸ ਪਾਤਸ਼ਾਹ ਨੇ ਰਚਨਾ ਉਹਦੀ ਕੀਤੀ ਸੀ? ਬਿਲਕੁਲ ਨਹੀਂ ਵੀਰ ਜੀ। ਸਾਨੂੰ ਇਹ ਇਸ ਤਰੀਕੇ ਨਾਲ ਪਰਖ ਸਕਦੇ ਹਾਂ ਅਸੀਂ ਕਿ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਜਦੋਂ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਜਦੋਂ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਤੇ ਅਸੀਂ ਦੇਖੀਏ ਕਿ ਸ਼ਬਦ ਕਿਵੇਂ ਸਾਨੂੰ ਮਿਲਦੇ ਨੇ। ਆਨੰਦ ਭਇਆ ਮੇਰੀ ਮਾਏ, ਠੀਕ ਹੈ, ਪਹਿਲੇ ਉਹ ਆਨੰਦ ਦੱਸ ਰਹੇ ਨੇ, ਫਿਰ ਉਹ ਸਮਝਾ ਰਹੇ ਨੇ ਆਨੰਦ ਕੀ ਹੈ। ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇਸੇ ਤਰ੍ਹਾਂ ਜਦੋਂ ਉਹ ਸਾਰੀ ਚੀਜ਼ ਸਮਝਣ ਦੇ ਬਾਅਦ ਹੁਣ ਉਹ ਪ੍ਰਚਾਰ ਕਰ ਰਹੇ ਨੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਅਸੀਂ ਜਦੋਂ ਸੁਖਮਨੀ ਸਾਹਿਬ ਵਿੱਚ ਵੀ ਦੇਖਦੇ ਹਾਂ ਤੇ ਸੁਖਮਨੀ ਸਾਹਿਬ ਵਿੱਚ ਵੀ ਸ਼ੁਰੂਆਤ ਵਿੱਚ ਆਂਦਾ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ, ਤੇ ਅਖੀਰ ਵਿੱਚ ਵੀ ਆਂਦਾ ਹੈ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ। ਸੋ ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਣੀ ਦਾ ਸਿਰਲੇਖ, ਫਿਰ ਉੱਤੇ ਸਿਰਲੇਖ ਵੀ ਪੜੋ, ਉੱਤੇ ਹੈ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਉੱਤੇ ਹੈ ਗੌੜੀ ਸੁਖਮਨੀ ਮਹਿਲਾ ਪੰਜਵਾਂ। ਇੱਥੇ ਕੀ ਆ ਰਿਹਾ? ਇੱਥੇ ਕਿਧਰੇ ਸੁਖਮਨਾ ਸ਼ਬਦ ਹੈ ਹੀ ਨਹੀਂ। ਇੱਥੇ ਵਿੱਚੋਂ ਬਾਣੀ ਕੱਟ ਕੇ ਜਿਹੜਾ ਹੈ ਜੋੜ ਕੇ ਇੱਕ ਗੁਟਕਾ ਤਿਆਰ ਕਰਤਾ ਔਰ ਉਸਦੇ ਉੱਤੇ ਸੁਖਮਨਾ ਕਿੰਨੇ ਲਿਖ ਦਿੱਤਾ, ਇਹਦਾ ਵਾਹਿਗੁਰੂ ਹੀ ਮਾਲਕ ਹੈ। ਜੀ। ਇਹ ਵੀਰ ਜੀ, ਕੀ ਰਾਮਦਾਸ ਪਾਤਸ਼ਾਹ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਕਿਧਰੇ ਵੀ ਆਪਣੀ ਬਾਣੀ ਦੇ ਵਿੱਚ ਸੁਖਮਨਾ ਲਫ਼ਜ਼ ਯੂਜ਼ ਕੀਤਾ ਹੋਵੇ ਜਿੱਥੋਂ ਹੋ ਸਕਦਾ ਕਿ ਜਿਹਨੇ ਗੁਟਕਾ ਪ੍ਰਕਾਸ਼ਿਤ ਕੀਤਾ ਹੋਵੇ ਉਹਨੇ ਉਹ ਨਾਮ ਉੱਥੋਂ ਲਿਆ ਹੋਵੇ ਕਿ ਵੀ ਮੈਂ ਉੱਥੋਂ ਨਾਮ ਲੈ ਲਿਆ ਹੋਵੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਹੇਠਾਂ ਮੈਂ ਕੰਮ ਕਰਤਾ? ਇਦਾਂ ਦਾ ਕੋਈ ਰੈਫਰੈਂਸ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਸੁਖਮਨਾ ਅਤੇ ਸੁਖਮਨ ਇਹ ਦੋ ਤਰ੍ਹਾਂ ਨਾਲ ਇਸ ਸ਼ਬਦ ਨੂੰ ਡਿਫਾਈਨ ਕੀਤਾ ਗਿਆ ਹੈ।
ਇਹ ਸ਼ਬਦ ਗੁਰੂ ਰਾਮਦਾਸ ਜੀ ਪਾਤਸ਼ਾਹ ਵੱਲੋਂ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਆਇਆ ਹੈ ਮੇਰੀ ਜਾਣਕਾਰੀ ਦੇ ਅਨੁਸਾਰ। ਹੋ ਸਕਦਾ ਹੈ ਜੇ ਮੈਂ ਕਿਧਰੇ ਗਲਤ ਹਾਂ, ਮੈਨੂੰ ਕੋਈ ਨਾ ਕੋਈ ਸੱਜਣ ਵੀਰ ਮੈਨੂੰ ਸਮਝਾ ਦੇਣ, ਪਰ ਮੇਰੇ ਹਿਸਾਬ ਨਾਲ ਨਹੀਂ ਆਇਆ। ਤੇ ਵੀਰ ਜੀ ਫਿਰ ਅਸੀਂ ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਇਹ ਗੁਟਕਾ ਇਹ ਕਿਉਂ ਛਾਪ ਰਹੇ ਨੇ? ਕਿ ਇੱਕ ਇੱਕ ਸ਼ਰਾਰਤ ਹੈ ਜਾਂ ਇੱਕ ਪੈਸੇ ਦਾ ਲਾਲਚ ਹੈ ਜਾਂ ਭਰਮ ਭੁਲੇਖੇ ਪਾਉਣ ਦੇ ਵਿੱਚ, ਕਰਮਕਾਂਡ ਦੇ ਵਿੱਚ ਪਾਉਣ ਦੇ ਵਿੱਚ ਇੱਕ ਸਾਜ਼ਿਸ਼ ਹੈ? ਹਾਲਾਂਕਿ ਇਹ ਸਾਜ਼ਿਸ਼ ਬਹੁਤ ਪੁਰਾਣੀ ਹੈ ਵੀਰ ਜੀ। ਦੇਖੋ ਇਹ ਤਾਂ ਸਪਸ਼ਟ ਹੈ। ਹੁਣ ਤੁਸੀਂ ਉਹ ਵਾਲੀ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਸੀ, ਉਸ ਵੀਡੀਓ ਵਿੱਚ ਜਿਹੜਾ ਦੂਜਾ ਪੰਨਾ ਉੱਥੇ ਉਹ ਖੋਲ ਰਹੇ ਨੇ ਭਾਈ ਸਾਹਿਬ, ਔਰ ਉੱਤੇ ਲਿਖਿਆ ਹੋਇਆ ਹੈ ਰਹਿਰਾਸ ਸਾਹਿਬ। ਠੀਕ ਹੈ, ਮੈਂ ਉਹਦਾ ਸਕਰੀਨਸ਼ਾਟ ਲੈ ਲਿਆ, ਮੈਂ ਤੁਹਾਨੂੰ ਦੱਸ ਰਿਹਾ ਉਸ ਤੇ ਕੀ ਲਿਖਿਆ ਹੋਇਆ ਹੈ। ਦੂਜਾ ਕਾਹੇ ਸਿਮਰਿਏ ਜੰਮੇ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਹੁਣ ਵੀਰ ਜੀ ਇੱਥੋਂ ਹੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਬਈ ਇਹ ਜਿਹੜੀ ਇਹ ਤੁਕ ਹੈ, ਇਹ ਤੁਕ ਰਹਿਰਾਸ ਸਾਹਿਬ ਦਾ ਹਿੱਸਾ ਤੇ ਛੱਡੋ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਹਿੱਸਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਤਾਂ ਜ਼ਰੂਰ ਮਿਲਦੇ ਹਨ ਕਿ ਅਵਰ ਦੂਜਾ ਕਿਉਂ ਸਿਮਰੀਏ, ਜੰਮੈ ਤੈ ਮਰ ਜਾਏ, ਪਰ ਉਹ ਸ਼ਬਦ ਜਿਹੜੇ ਉੱਥੇ ਲਿਖੇ ਹੋਏ ਹਨ ਉਹ ਸ਼ਬਦ ਬਿਲਕੁਲ ਨਹੀਂ ਮਿਲਦੇ। ਹੈਰਾਨੀ ਇੱਥੋਂ ਸਪਸ਼ਟ ਹੁੰਦਾ ਹੈ ਕਿ ਅੱਜ ਜਿਸ ਤਰ੍ਹਾਂ ਇੱਕ ਵੱਡਾ ਸਕਾਲਰ, ਕੋਈ ਲੈਣਾ ਦੇਣਾ ਨਹੀਂ ਸੀ, ਇੱਕ ਵਿਵਾਦ ਆਇਆ ਸੀ, ਉਸਨੂੰ ਖਤਮ ਕੀਤਾ ਜਾ ਸਕਦਾ ਸੀ ਮਾਫੀ ਮੰਗ ਕੇ, ਪਰ ਜਦੋਂ ਇੱਕ ਵੱਡਾ ਸਕਾਲਰ ਉਤਰਿਆ ਔਰ ਉਸਨੇ, ਮੈਂ ਉਸ ਵੱਡੇ ਸਕਾਲਰ ਨੂੰ ਸੁਣ ਰਿਹਾ ਸੀ, ਉਸਨੇ ਬਕਾਇਦਾ ਨਾਮ ਲਿੱਤਾ ਬਾਲੇ ਵਾਲੀ ਸਾਖੀ, ਦਸਮ ਗ੍ਰੰਥ, ਰਾਗ ਮਾਲਾ, ਜਿੰਨੇ ਵਿਵਾਦਿਤ ਮੁੱਦੇ ਸੀ ਉਹਨੇ ਜਾਣ ਬੁੱਝ ਕੇ ਸਭ ਦਾ ਨਾਮ ਲਿੱਤਾ ਤਾਂ ਕਿ ਹੁਣ ਉਹ ਕਨਫਿਊਜ਼ ਕਰ ਸਕੇ ਕੌਮ ਦੇ ਵਿਦਵਾਨਾਂ ਨੂੰ ਇਸ ਪੱਖੋਂ। ਜਿਹੜੀਆਂ ਉਹ ਗੱਲਾਂ ਆਪਣੀ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਲੋਕੀ ਕਰਦੇ ਨੇ, ਅਸਲ ਵਿੱਚ ਅਗਰ ਅਸੀਂ ਧਿਆਨ ਦਈਏ ਤੇ ਇੱਥੇ ਗੱਲ ਕੇਵਲ ਸੁਖਮਨਾ ਦੀ ਚੱਲ ਰਹੀ ਸੀ ਕਿ ਭਾਈ ਇਹ ਸੁਖਮਨਾ ਕਿੱਥੋਂ ਆ ਗਿਆ। ਦੂਜੀ ਗੱਲ, ਇਹ ਜਿਹੜੇ ਕੰਟਰੋਵਰਸ਼ਲ ਜਿਹੜੀਆਂ ਤੁਕਾਂ ਉਹਦੇ ਵਿੱਚ ਪਾ ਦਿੱਤੀਆਂ ਗਈਆਂ ਜਿਸ ਦਾ ਕੋਈ ਲੈਣਾ ਦੇਣਾ ਨਹੀਂ ਗੁਰਬਾਣੀ ਨਾਲ, ਉਹ ਕਿੱਥੋਂ ਆ ਗਈਆਂ, ਹਵਨ ਕਿੱਥੋਂ ਆ ਗਿਆ, ਇਹ ਮੁੱਦਾ ਉਹਨਾਂ ਨੇ ਦੇਖੋ ਕਿੰਨਾ ਘੱਟ ਵਿੱਚ ਆ ਰਿਹਾ ਤੇ ਗੱਲ ਕਿੱਥੇ ਲੈ ਗਏ, ਦਸਮ ਗ੍ਰੰਥ ਦੇ ਵਿਰੋਧੀ, ਬਾਲੇ ਦਾ ਵਿਰੋਧੀ, ਇਹਦੇ ਦੇ ਵਿਰੋਧੀ। ਜੀ ਪਲੀਜ਼। ਕੀ ਹੋ ਰਿਹਾ ਵੀਰ ਜੀ? ਉਹਨਾਂ ਨੇ ਖੈਰ ਤੁਸੀਂ ਅਗਰ ਉਹਨਾਂ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਹਵਨ ਵੀ ਜਿਹੜੇ ਹੈਗੇ ਨੇ ਪੁਰਾਤਨ ਸਿੰਘ ਕਰਦੇ ਸਨ, ਔਰ ਉਹਨਾਂ ਨੇ ਜਿਹੜਾ ਨਾਮਧਾਰੀਆਂ ਦੇ ਜਿਹੜੇ ਗੁਰੂ ਨੇ ਰਾਮ ਸਿੰਘ, ਉਹਨਾਂ ਨੂੰ ਵੀ ਕਿਹਾ ਹੋਇਆ ਕਿ ਉਹ ਬੜੇ ਚੰਗੇ ਸਿੱਖ ਸਨ, ਉਹਨਾਂ ਨੂੰ ਉਹਨਾਂ ਨੇ ਗੁਰੂ ਬਣਾ ਲਿਆ, ਉਹਨਾਂ ਦੇ ਚੇਲਿਆਂ ਨੇ ਆਪਣੀ ਦੁਕਾਨ ਚਲਾਉਣ ਲਈ। ਮੰਨ ਲਿਆ ਕਿ ਇਹ ਗੱਲ ਵੀ ਠੀਕ ਹੈ, ਲੇਕਿਨ ਹੁਣ ਅਗਰ ਅਸੀਂ ਦੇਖੀਏ ਕਿ ਅਗਰ ਕਿਸੇ ਨੂੰ ਤੁਸੀਂ ਰੱਬ ਬਣਾ ਕੇ ਪੂਜ ਰਹੇ ਹੋ ਤੇ ਕੀ ਭਾਵੇਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੀ ਸੀਗਾ ਕਿ ਉਹਦੇ ਨਾਮ ਤੇ ਗੁਟਕੇ ਪ੍ਰਚਾਰਨੇ ਚਾਹੀਦੇ ਨੇ, ਉਹ ਉੱਥੇ ਵੀ ਉਸ ਗੱਲ ਨੂੰ ਜਾਇਜ਼ ਠਹਿਰਾ ਰਹੇ ਨੇ। ਦੂਜੀ ਗੱਲ, ਜਿਵੇਂ ਤੁਸੀਂ ਆਖਿਆ ਕਿ ਜਿਹੜਾ ਮੁੱਦਾ ਸੀਗਾ ਉਹ ਸੁਖਮਨਾ ਦਾ ਜਾਂ ਉਹਦੀ ਜਿਹੜੀ ਰਲੀਆਂ ਉਸ ਗੁਟਕੇ ਦੇ ਵਿੱਚ, ਉਹ ਬਾਣੀਆਂ ਆਪਣੇ ਮਨ ਤੋਂ ਲਿਖ ਕੇ ਪਾ ਦੇਣੀਆਂ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਨਹੀਂ ਨੇ, ਉਸ ਮੁੱਦੇ ਤੋਂ ਤੋੜ ਕੇ ਸਾਨੂੰ ਦੂਜੇ ਪਾਸੇ ਲੈ ਕੇ ਜਾਇਆ ਗਿਆ। ਤੇ ਇਸ ਦਾ ਮਤਲਬ ਇਸ ਸਾਜ਼ਿਸ਼ ਨੂੰ ਨਵੇਂ ਤੌਰ ਤੇ ਹਵਾ ਦਿੱਤੀ ਜਾ ਰਹੀ ਹੈ, ਰਾਦਰ ਦੈਨ ਕਿ ਉਹਨੂੰ ਡਿਸਕਸ ਕਰਿਆ ਜਾਂਦਾ ਕਿ ਇਹ ਗਲਤ ਹੈ ਜਾਂ ਠੀਕ ਹੈ, ਉਹਨੂੰ ਨਵੇਂ ਤੌਰ ਤੇ ਇੱਕ ਹਵਾ ਦਿੱਤੀ ਗਈ ਕਿ ਇੱਕ ਵਾਰੀ ਫਿਰ ਜਿਹੜੀ ਹੈਗੀ ਹੈ ਸਿੱਖ ਕਮਿਊਨਿਟੀ ਹੈ ਜਿਹੜੀ ਹੈਗੀ ਹੈ ਉਹ ਭਟਕ ਜਾਵੇ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਭਾਈ ਸਾਹਿਬ, ਮੈਂ ਨਾ ਇਤਿਹਾਸ ਵਿੱਚ ਤੁਹਾਨੂੰ ਇੱਕ ਉਦਾਹਰਣ ਦਿਆਂ। ਭਾਈ ਮਨੀ ਸਿੰਘ ਜੀ ਦਾ ਇੱਕ ਇਤਿਹਾਸ ਆਉਂਦਾ ਹੈ ਕਿ ਜਿਸ ਵਕਤ ਉਹਨਾਂ ਨੇ ਐਸਾ ਹੀ ਗ੍ਰੰਥ ਤਿਆਰ ਕੀਤਾ ਜਿਸ ਵਿੱਚ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਤਰਤੀਬ ਹੈ ਰਾਗਾਂ ਅਨੁਸਾਰ ਬਾਣੀ ਨੂੰ ਤੋੜ ਕੇ ਵਿੱਚੋਂ ਸ਼ਬਦ ਚੂਸ ਕਰਕੇ ਇੱਕ ਪਾਤਸ਼ਾਹ ਦੇ ਅਲੱਗ ਸ਼ਬਦ ਬਣਾਏ, ਤਾਂ ਪੰਥ ਨੇ ਉਹਨਾਂ ਨੂੰ ਤਾੜਨਾ ਕੀਤੀ ਤੇ ਉਹ ਗ੍ਰੰਥ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਠੀਕ ਹੈ, ਸਾਡੇ ਕੋਲ ਉਦਾਹਰਣ ਇਹ ਮਾਨ ਕੋਸ਼ਿਸ਼ ਮੌਜੂਦ ਹੈ। ਤੇ ਹੁਣ ਉਹੀ ਕੰਮ ਜਦੋਂ ਕੋਈ ਦੂਜਾ ਕਰ ਰਿਹਾ ਹੈ ਤੇ ਉਸਦੇ ਫੇਵਰ ਵਿੱਚ ਆ ਕੇ ਸ਼ਬਦ ਕਿਹੋ ਜਿਹੇ ਬੋਲੇ ਜਾ ਰਹੇ ਨੇ ਕਿ ਲੱਗਦਾ ਹੈ ਇਹਨਾਂ ਨੇ ਕੇਵਲ ਸ਼ੀਰਸ਼ਕ ਪੜਿਆ ਹੈ, ਅੰਦਰ ਦੀ ਬਾਣੀ ਪੜ੍ਹੀ ਹੀ ਨਹੀਂ। ਜਦੋਂ ਉਸ ਪੱਤਰਕਾਰ ਨੇ ਪੁੱਛਿਆ ਭਾਈ ਸਾਹਿਬ ਤੋਂ ਕਿ ਭਾਈ ਸਾਹਿਬ ਜੀ ਉਸ ਵਿੱਚ ਤਾਂ ਇਹ ਤੁਕ ਵੀ ਲਿਖੀ ਹੋਈ ਹੈ ਤੇ ਇਹ ਤੁਕ ਉਹ ਕਹਿ ਰਹੇ ਨੇ ਦੂਜੇ ਤਰੀਕੇ ਨਾਲ, ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਤੁਕ ਨਹੀਂ ਲਿਖੀ, ਉਹਨਾਂ ਨੇ ਕਿਹਾ ਫਿਰ ਕਿਹੜੇ ਦੂਜੇ ਤਰੀਕੇ ਨਾਲ ਲਿਖੀ ਹੈ। ਇਹਦਾ ਮਤਲਬ ਕਿ ਉਹ ਇਸ ਨੂੰ ਸਹੀ ਠਹਿਰਾ ਰਹੇ ਨੇ ਕਿ ਤੁਸੀਂ ਗੁਟਕੇ ਵਿੱਚ ਕੁਝ ਮਰਜ਼ੀ ਲਿਖ ਦਿਓ। ਦੇਖੋ ਵੀਰ ਜੀ, ਇਹਨਾਂ ਦਾ ਇੱਕ ਤਰੀਕਾ ਹੈਗਾ, ਮੇਰੀ ਗੱਲ ਕੱਟ ਗਈ ਸੀ ਕਿ ਜਿਹੜੀ ਵੀ ਗੱਲ ਤੁਸੀਂ ਮਨਵਾਣੀ ਚਾਹੁੰਦੇ ਹੋ ਉਹ ਗੱਲ ਤੁਸੀਂ ਕਿਸੇ ਪੁਰਾਣੇ ਬੰਦੇ ਦੇ ਨਾਂ ਤੋਂ ਜਾਂ ਪੁਰਾਣੇ ਗੁਰਸਿੱਖ ਦੇ ਨਾਂ ਤੋਂ ਪਾ ਦਿਓ। ਹੁਣ ਏਦਾਂ ਦੇਖੋ, ਗੁਰਦੁਆਰੇ ਵਿੱਚ ਬਲੀ ਇਹ ਦਿੰਦੇ ਨੇ, ਪੁੱਛੋ ਕਿਉਂ ਦਿੰਦੇ ਹੋ ਤੇ ਕਹਿੰਦੇ ਪੁਰਾਤਨ ਮਰਿਆਦਾ ਹੈ। ਗੁਰਦੁਆਰੇ ਵਿੱਚ ਸ਼ੰਖ, ਘੰਟੀਆਂ, ਆਰਤੀਆਂ, ਦੀਵੇ ਮਚਾ ਕੇ
ਗਲਤ ਜਿਹੜੇ ਪਖੰਡ ਇਹ ਕਰਦੇ ਨੇ ਤੇ ਕਹਿੰਦੇ ਨੇ ਜੀ ਪੁਰਾਤਨ ਮਰਿਆਦਾ, ਭੰਗ ਰਗੜ ਕੇ ਨਸ਼ੇ ਇਹ ਕਰਦੇ ਨੇ ਤੇ ਇਹਨਾਂ ਕੋਲ ਪੁੱਛੋ ਭਾਈ ਇਹ ਭੰਗ ਖਾਣਾ ਤੁਹਾਨੂੰ ਕਿਹਨੇ ਸਿਖਾਇਆ, ਤੇ ਕਹਾਂਗੇ ਜੀ ਪੁਰਾਤਨ ਮਰਿਆਦਾ। ਹਰ ਗੱਲ ਨੂੰ ਤੁਸੀਂ ਏਦਾਂ, ਹੁਣ ਜ਼ਮਾਨਾ ਉਹ ਨਹੀਂ ਵੀਰ ਜੀ, ਪਹਿਲਾ ਜ਼ਮਾਨਾ ਸੀਗਾ, ਉਦੋਂ ਇੰਨਾ ਐਡਵਾਂਸ ਟੈਕਨੋਲੋਜੀ ਨਹੀਂ ਸੀਗਾ, ਕਿਧਰੇ ਕੰਮ ਹੁੰਦਾ ਸੀ ਪਤਾ ਹੀ ਨਹੀਂ ਚੱਲਦਾ ਸੀ, 6-6 8-8 ਸਾਲ ਲੱਗ ਜਾਂਦੇ ਸੀ ਤਾਂ ਪਤਾ ਚੱਲਦਾ ਸੀ, ਉੱਥੇ ਇੱਕ ਮਰਿਆਦਾ ਡਿਵੈਲਪ ਹੋ ਜਾਂਦੀ ਸੀ। ਪਰ ਅੱਜ ਤੁਸੀਂ ਸੋਚੋ, ਅੱਜ ਜਿਹੜਾ ਹੈ ਇੰਟਰਨੈਟ ਦਾ ਯੁੱਗ ਹੈ, ਤੁਹਾਡੇ ਵਰਗੇ ਸੂਝਵਾਨ ਵਿਅਕਤੀ ਬੈਠੇ ਹੋਏ ਹਨ, ਸਾਡੇ ਹੋਰ ਸ਼ਹਿਰ ਪਿੰਡਾਂ ਵਿੱਚ ਬੰਦੇ ਬੈਠੇ ਹਨ ਜਿਨ੍ਹਾਂ ਨੂੰ ਪਤਾ ਹੈ ਗੁਰਮਤ ਮਰਿਆਦਾ ਕੀ ਹੈ, ਤੇ ਜੇ ਇਹ ਕਹਿੰਦੇ ਹਨ ਕਿ ਬਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ, ਤੇ ਇਹ ਕਿਉਂ ਨਹੀਂ ਆਪਣੇ ਉੱਥੋਂ ਦੀ ਇੱਕ ਬਿਆਨ ਜਾਰੀ ਕਰਦੇ ਕਿ ਅਸੀਂ, ਸਾਡੀ ਪੂਰੀ ਸੰਸਥਾ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਨੂੰ ਇਨ ਬਿਨ ਮੰਨਣ ਨੂੰ ਤਿਆਰ ਹੈਗੇ। ਕਿ ਇਹ ਮੰਨਣਗੇ, ਕਿ ਇਹ ਹੌਸਲਾ ਕਰਨਗੇ ਕਿ ਆਣ ਇੱਕ ਝੰਡੇ ਦੇ ਥੱਲੇ ਸ਼੍ਰੀ ਅਕਾਲ ਤਖਤ ਸਾਹਿਬ? ਬਿਲਕੁਲ ਠੀਕ ਗੱਲ। ਤੇ ਹੁਣ ਵੀਰ ਜੀ ਜਿਹੜੀ ਗੱਲ ਹੈ ਕਿ ਇਹਨਾਂ ਨੇ ਇਹ ਕਹਿੰਦੇ ਨੇ ਕਿ ਜੀ ਇਹ ਜਿਹੜੇ ਸ਼ਬਦ ਨੇ ਉਹ ਇੱਕ ਪਾਰਟਿਕੂਲਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 833 ਤੋਂ ਸ਼ੁਰੂ ਹੋ ਕੇ ਤੇ ਇੱਕ ਉਹਨਾਂ ਨੇ ਅੰਕ ਹੋਰ ਦੱਸਿਆ 1030 ਜਾਂ ਕੁਝ ਉੱਥੇ ਤੱਕ ਚੱਲਦੇ ਨੇ, ਕਿ ਸੁਖਮਨਾ ਨਾਮ ਦੀਆਂ ਜਿਹੜੀਆਂ ਬਾਣੀਆਂ ਨੇ, ਮਤਲਬ ਅਗਰ ਸ਼ੀਰਸ਼ਕ ਦੀ ਗੱਲ ਕਰੀਏ, ਸਿਰਲੇਖ ਦੀ ਗੱਲ ਕਰੀਏ, ਕਿਤੇ ਵੀ ਇਹੋ ਜਿਹਾ ਸਿਰਲੇਖ ਮਿਲਦਾ ਹੈ ਇਸ ਅੰਕ ਤੋਂ ਲੈ ਕੇ ਜਿਹੜਾ ਅੰਕ ਇਹਨਾਂ ਨੇ ਦੱਸਿਆ ਹੋਵੇ? ਵੀਰ ਜੀ ਪਹਿਲੀ ਗੱਲ ਤਾਂ ਇਹ ਸਿਰਲੇਖ ਕਿਤੇ ਵੀ ਨਹੀਂ ਮਿਲਦਾ, ਮੈਂ ਪਹਿਲਾਂ ਵੀ ਸਪਸ਼ਟ ਕਰ ਚੁੱਕਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਸਿਰਲੇਖ ਕਿਤੇ ਵੀ ਨਹੀਂ ਹੈ। ਹਾਂ, ਇੱਕ ਸਿੱਖ ਵੱਲੋਂ ਮਾਨਕੋਸ਼ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਕਿ ਇੱਕ ਸਿੱਖ ਨੇ ਵੀ ਸੁਖਮਨਾ ਨਾਮ ਦੀ ਬਾਣੀ ਲਿਖੀ ਹੈ, ਸਿੱਖ ਨੇ ਲਿਖੀ ਹੈ, ਔਰ ਉਹ ਕਿਸੇ ਹੋਰ ਗ੍ਰੰਥ ਵਿੱਚ ਪਈ ਹੋਈ ਹੈ, ਉਹਦੇ ਤੇ ਪਹਿਲਾਂ ਬੜਾ ਵਿਵਾਦ ਹੈ ਤੇ ਮੈਂ ਉਹਦਾ ਨਾਮ ਨਹੀਂ ਲੈਣਾ ਚਾਹਾਂਗਾ, ਤੇ ਉਸ ਗ੍ਰੰਥ ਵਿੱਚ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਖਮਨਾ ਨਾਮ ਦੀ ਕੋਈ ਬਾਣੀ ਸ਼ੀਰਸ਼ਕ ਨਹੀਂ ਹੈ। ਦੂਜੀ ਗੱਲ ਜੋ ਕਹਿ ਰਹੇ ਨੇ 1033 ਤੋਂ ਸ਼ੁਰੂ ਹੁੰਦੀ ਹੈ, ਇਹ ਵੀ ਉਹਨਾਂ ਦਾ 833 ਇਹ ਵੀ ਉਹਨਾਂ ਦਾ ਜਿਹੜਾ ਹੈ ਉਹ ਭੁੱਲ ਹੈਗੀ ਹੈ। ਅਸਲ ਵਿੱਚ 833 ਤੋਂ ਤਾਂ ਗੁਰੂ ਰਾਮਦਾਸ ਜੀ ਦੇ ਸ਼ਬਦ ਉਹਨਾਂ ਅਸ਼ਟਪਦੀਆਂ ਵਿੱਚ ਆਉਂਦੇ ਨੇ, ਤੇ ਗੁਰੂ ਰਾਮਦਾਸ ਜੀ ਦਾ ਜਿਹੜਾ ਪਹਿਲਾ ਸ਼ਬਦ ਹੈ ਉਹ ਸ਼ਾਇਦ ਉੱਥੇ ਚੌਥਾ ਜਾਂ ਪੰਜਵਾਂ ਸ਼ਬਦ ਹੈ, ਤੇ ਉਸ ਤੋਂ ਪਹਿਲਾਂ ਜਿਹੜਾ ਹੈ ਉਹ ਗੁਰੂ ਅਮਰਦਾਸ ਜੀ ਦੇ ਹਨ, ਤੇ ਉਸ ਤੋਂ ਪਹਿਲਾਂ ਜਿਹੜਾ ਸ਼ਬਦ ਹੈ ਉਹ ਗੁਰੂ ਨਾਨਕ ਸਾਹਿਬ ਜੀ ਦਾ ਹੈ। तो जो बाणी शुरू होती है वो 830 या 831 पन्ने तो शुरू होती है, ना कि वो 833 तो शुरू होती। तो इत्थों भी स्पष्ट हो जाता है कि लिखण वाला या तो उसनू जानकारी नहीं है या वो जान के किसी साजिश अधीन कर। ਅਸੀਂ ਅੱਗੇ ਚੱਲੀਏ ਤਾਂ ਇੱਕ ਚੀਜ਼ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਸਿੱਖੀ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਚਨਾ ਹੈ, ਸੰਰਚਨਾ ਹੈ, ਉਹ ਇਸ ਤਰੀਕੇ ਨਾਲ ਕੀਤੀ ਗਈ ਹੈ ਤਾਂ ਕਿ ਉਹਦੇ ਵਿੱਚ ਕੋਈ ਮਿਲਾਵਟ ਨਾ ਹੋ ਸਕੇ। ਜਿਹੜੇ ਅਸੀਂ ਅੰਕ ਸਾਨੂੰ ਮਿਲਦੇ ਨੇ ਨਿਊਮੈਰੀਕਲ ਇੱਕ ਸ਼ਲੋਕ ਦੇ ਜਾਂ ਇੱਕ ਰਾਗ ਦੇ ਪੂਰੇ ਹੋਣ ਤੋਂ ਬਾਅਦ, ਉਸ ਦਾ ਮਤਲਬ ਹੈ ਕਿ ਇਹ ਇੰਨੇ ਰਾਗਾਂ ਦਾ ਇੰਨਾ ਸ਼ਬਦ ਹੈ, ਇੰਨਾ ਸ਼ਲੋਕ ਹੈ ਤੇ ਇਹ ਹੁਣ ਇੱਥੇ ਖਤਮ ਹੁੰਦੇ ਨੇ ਤਾਂ ਕਿ ਵਿੱਚ ਕੋਈ ਸ਼ਬਦ ਉਹਦੇ ਵਿੱਚ ਰਲਾ ਨਾ ਸਕੇ। ਤੇ ਜਿਸ ਤਰੀਕੇ ਨਾਲ ਅਗਰ ਇਹ ਕਹਿ ਰਹੇ ਨੇ ਕਿ ਇਹ ਸੁਖਮਨਾ ਨਾਮ ਦੀ ਅਗਰ ਸਿਰਲੇਖ ਹੀ ਨਵਾਂ ਦੇ ਦਿੱਤਾ ਗਿਆ ਤਾਂ ਫਿਰ ਕੱਲ ਨੂੰ ਕੋਈ ਆਖੇਗਾ ਕਿ ਜੀ ਇਹ ਜਿਹੜੀ ਬਾਣੀ ਹੈ ਸਾਨੂੰ ਮਿਲੀ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੈ ਤੇ ਉਹਦੇ ਵਿੱਚ ਉਹ ਬੜੇ, ਕਿਉਂਕਿ ਜਿਸ ਤਰ੍ਹਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਜੀ ਤੁਕ ਨਹੀਂ ਹੈ ਜਿਹੜੀ ਆਪਾਂ ਉਹਨੇ ਜ਼ਿਕਰ ਕੀਤਾ ਵੇ ਉਹ ਲਿਖੀ ਗਈ ਉਹਦੇ ਵਿੱਚ, ਤੇ ਹੁਣ ਇਹ ਸਿਰਲੇਖ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਤੇ ਕੱਲ ਨੂੰ ਉਹ ਬਾਣੀ ਵੀ ਰਲਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। ਤੇ ਇੰਨੇ ਵੱਡੇ ਸਕਾਲਰ ਇੰਨੀਆਂ ਵੱਡੀਆਂ ਵੱਡੀਆਂ ਗਲਤੀਆਂ ਕਿਵੇਂ ਕਰ ਸਕਦੇ ਨੇ? ਛੋਟੀ ਜਿਹੀ ਵੀ ਗਲਤੀ ਹੋਵੇ ਤਾਂ ਅਸੀਂ ਸਮਝ ਸਕਦੇ ਹਾਂ ਕਿ ਚਲੋ ਉਹਨਾਂ ਨੇ ਸ਼ਾਇਦ ਨਾ ਪੜ੍ਹੀ ਹੋਵੇ, ਪਰ ਇਹ ਤਾਂ ਇੱਕ ਬੱਚਾ ਜਾਣਦਾ ਵੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਲੇਖ ਨੇ ਜਾਂ ਉਹਨਾਂ ਦੀ ਬਾਣੀ ਦੀ ਸੰਰਚਨਾ ਵੇ ਉਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੋ ਸਕਦੀ। ਤੇ ਉਸ ਉੱਤੇ ਮੋਹਰ ਲਗਾ ਰਹੇ ਨੇ ਕਿ ਹਾਂਜੀ ਸੁਖਮਨਾ ਸਾਹਿਬ ਦੀ ਬਾਣੀ ਹੈ, ਇਹ ਜਿਹੜੀ ਬਾਣੀ ਲਿਖੀ ਤੁਕ ਹੈ। ਉਹ ਕਹਿੰਦੇ ਨੇ ਕਿ ਜੀ ਕਿੰਨੇ ਪੜ੍ਹੀ ਹੈ ਜੀ, ਸਾਨੂੰ ਦੱਸੋ ਕਿੱਥੇ ਲਿਖੀ ਹੋਈ ਹੈ। ਇਹੋ ਜਿਹੀ ਗਲਤੀਆਂ ਕਿਉਂ ਕਰਦੇ ਪਏ ਨੇ ਸਕਾਲਰ? ਤੇ ਇਹ ਵਜ੍ਹਾ ਸਕਾਲਰਸ ਨੂੰ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਕਿ ਇਹੋ ਜਿਹਾ ਕੰਮ ਨਾ ਕੀਤਾ ਜਾਵੇ? ਕੌਮ ਅੱਗੇ ਹੀ ਬੜੇ ਜ਼ਿਆਦਾ ਭੰਬਲ ਭੂਸੇ ਵਿੱਚ ਹੈ। ਵੀਰ ਜੀ ਦੇਖੋ, ਇੱਕ ਤੇ ਸਭ ਤੋਂ ਪਹਿਲਾਂ ਮੈਂ ਵਡਭਾਗੀ ਹਾਂ ਕਿ ਅੱਜ ਮੈਂ ਉਹਨਾਂ ਦੀ ਵੀਡੀਓ ਸੁਣੀ ਤੇ ਵੱਡੇ ਸਕਾਲਰ ਨੂੰ ਸੁਣ ਕੇ ਕਾਫੀ ਕੁਝ ਸਮਝਣ ਨੂੰ ਮਿਲਦਾ ਹੈ। ਉਹਨਾਂ ਨੇ ਉੱਥੇ 3C ਦੀ ਗੱਲ ਕੀਤੀ ਹੈ, 3C ਬੋਲੇ ਨੇ ਪਰ ਉਹਨਾਂ ਨੇ ਡਿਫਾਈਨ 4C ਕੀਤੇ ਨੇ। ਉਹਨਾਂ ਨੇ ਇਹ ਕੀਤਾ ਹੈ ਕੰਟਰੋਵਰਸੀ। ਐਕਚੁਅਲ ਦੇ ਵਿੱਚ 5C ਹੁੰਦੇ ਨੇ, ਜਿਸ ਤਰ੍ਹਾਂ ਜਰਨਲਿਜ਼ਮ ਦੇ ਵਿੱਚ 5W ਹੁੰਦੇ ਨੇ, 5K ਜਿਸ ਤਰ੍ਹਾਂ ਅਸੀਂ ਨਾਮ ਰੱਖਿਆ ਹੋਵੇ, 5 ਜਿਹੜੇ ਕੱਕੇ ਹੁੰਦੇ ਨੇ ਉਹ ਵੀ ਜਰਨਲਿਜ਼ਮ ਦਾ ਹਿੱਸਾ ਨੇ, ਤੇ ਇਹ 5C ਹੁੰਦੇ ਨੇ। ਉਹਨਾਂ ਨੇ 3 ਕਹਿ ਕੇ 4C ਡਿਫਾਈਨ ਕੀਤੇ। ਉਹਨਾਂ ਨੇ 3 ਕਹਿ ਕੇ 4 ਬੋਲੇ ਨੇ। ਉਹਨਾਂ ਨੇ ਬੋਲਿਆ ਕੰਟਰੋਵਰਸੀ, ਉਹਨਾਂ ਨੇ ਬੋਲਿਆ ਹੈ ਕਨਫਿਊਜ਼ਨ, ਉਹਨਾਂ ਨੇ ਬੋਲਿਆ ਹੈ ਕਰੰਸੀ, ਉਹਨਾਂ ਨੇ ਬੋਲਿਆ ਹੈ ਕਰਪਸ਼ਨ, ਤੇ ਇੱਕ ਹੋਰ ਸੀ ਹੁੰਦਾ ਹੈ ਜੋ ਮੈਨੂੰ ਸਮਝ ਆਉਂਦਾ, ਉਹ ਹੁੰਦਾ ਹੈ ਕਨੈਕਸ਼ਨ। ਹੈ ਨਾ, ਕਿ ਬਈ ਆਖਿਰ ਕਿਉਂ ਇਹ ਕੀਤਾ ਜਾ ਰਿਹਾ ਹੈ।
ਕਿਸ ਕਾਰਨ ਕੀਤਾ ਜਾ ਰਿਹਾ, ਉਹਦੇ ਪਿੱਛੇ ਕਾਰਨ ਕੀ ਹਨ, ਕਿਹੜੇ ਕਨੈਕਸ਼ਨ ਹਨ ਜੋ ਜਾਂ ਅੱਗੇ ਜਾ ਕੇ ਇਹ ਚੀਜ਼ ਕਿੱਥੇ ਕਨੈਕਟ ਕਰਨਾ ਚਾਹੁੰਦੇ ਨੇ ਉਹ। ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਕਿ ਇੱਕ ਸ਼ਬਦ ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬੇਈਮਾਨ ਕੀ ਬੋਲਣ ਵਾਲੇ ਨੂੰ ਐਸਾ ਕੌਮ ਤੋਂ ਕੱਢਿਆ ਜਾਂਦਾ ਹੈ ਕਿ ਅੱਜ ਵੀ ਇੱਕ ਸਿੱਖ ਨੂੰ ਜਿਹੜਾ ਅੰਮ੍ਰਿਤ ਸੰਚਾਰ ਤੇ ਉੱਥੇ ਖੰਡੇ ਬਾਟੇ ਦੀ ਪਹੁਲ ਛਕਣ ਜਾਂਦਾ ਤੇ ਉਹਨੂੰ ਇੱਕ ਸਪਸ਼ਟ ਕਿਹਾ ਜਾਂਦਾ ਹੈ ਕਿ ਧੀਰ ਮੱਲੀਆਂ ਤੇ ਰਾਮ ਰਾਈਆਂ ਨੂੰ ਮੂੰਹ ਨਹੀਂ ਲਾਉਣਾ। ਉੱਥੇ ਕੋਈ ਵਿਅਕਤੀ ਇਹ ਕਿੱਦਾਂ ਕਹਿ ਸਕਦਾ ਹੈ ਕਿ ਜਿਸ ਨੇ ਗੁਟਕੇ ਵਿੱਚ ਇੱਕ ਪੂਰੀ ਤੁਕ ਗਲਤ ਵਾੜ ਦਿੱਤੀ, ਇੱਕ ਪੂਰਾ ਸਿਰਲੇਖ ਗਲਤ ਆਪਣੇ ਮਨ ਨਾਲ ਪਾ ਦਿੱਤਾ, ਉਹ ਕਦੀ ਵੀ ਪਾ ਦਿੱਤਾ। ਮੈਂ ਕਹਿੰਦਾ 20 ਸਾਲ ਪਹਿਲੇ ਤੋਂ ਪਿਆ ਹੋਏਗਾ, 25 ਸਾਲ ਪਹਿਲੇ ਤੋਂ ਪਿਆ ਹੋਏਗਾ, 50 ਸਾਲ ਪਹਿਲੇ ਤੋਂ ਪਿਆ ਹੋਏਗਾ। ਜੇ ਗਲਤ ਹੈ ਤੇ ਗਲਤੀ ਹੈ ਨਾ। ਜੇ ਜਿਸ ਵਕਤ ਉਹਨਾਂ ਨੇ ਉਹ ਪਾ ਦੂਜੀ ਗੱਲ ਆਪਣਾ ਉਹ ਪਾ ਦਿੱਤਾ, ਇਹਦੇ ਬਾਅਦ ਤੀਜੀ ਗੱਲ ਉਹ ਪਾ ਰਹੇ ਨੇ ਹਵਨ ਦੀ ਸਮੱਗਰੀ ਜਾਂ ਹਵਨ ਦੀਆਂ ਚੀਜ਼ਾਂ, ਇਹ ਹੈ ਨਾ ਵਿਧੀਆਂ, ਹਵਨ ਦੀਆਂ ਵਿਧੀਆਂ। ਤੇ ਹਵਨ ਦੀ ਵਿਧੀ ਨਾਲ ਸਿੱਖਾਂ ਦਾ ਸਾਡਾ ਕੀ ਲੈਣਾ ਦੇਣਾ ਹੈ? ਇਹ ਤਿੰਨੋਂ ਗੱਲਾਂ ਕਰਕੇ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਲਬ ਕਰਨਾ ਚਾਹੀਦਾ ਹੈ ਕਿ ਭਾਈ ਇਹ ਗੱਲਾਂ ਤੁਸੀਂ ਕਿਸ ਬਿਹਾਫ ਤੇ ਕਰ ਰਹੇ ਹੋ। ਤੇ ਮੈਨੂੰ ਲੱਗਦਾ ਜਿਹੜੇ ਸਕਾਲਰ ਇਹਨਾਂ ਦਾ ਸਾਥ ਦੇ ਰਹੇ ਨੇ ਉਹੀ ਹਨ ਕਿ ਜਿਹੜੇ ਹਮੇਸ਼ਾ ਜਿੰਨੇ ਵੀ ਕੰਟਰੋਵਰਸ਼ੀਅਲ ਟੌਪਿਕ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੋਏ, ਜਿਵੇਂ ਉਹਨਾਂ ਨੇ ਭਾਈ ਬਾਲੇ ਦਾ ਜ਼ਿਕਰ ਕੀਤਾ, ਹੁਣ ਭਾਈ ਬਾਲੇ ਵਾਲੀ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਕਿੰਨੇ ਤੋਹੀਨ ਉਹਨਾਂ ਦੀ ਕੀਤੀ ਗਈ ਹੈ, ਕਿਹੋ ਜਿਹੇ ਸ਼ਬਦ ਉਹਨਾਂ ਵਾਸਤੇ ਲਿਖੇ ਗਏ ਹਨ। ਤੇ ਉਹਨਾਂ ਨੂੰ ਲੈ ਕੇ ਜਾਂ ਭਾਈ ਮਰਦਾਨਾ ਜੀ ਦੀ ਉਸ ਵਿੱਚ ਕੀ ਉਹਦੇ ਚ ਹਾਲ ਬਿਆਨ ਕੀਤਾ ਗਿਆ ਹੈ, ਉਸ ਨੂੰ ਹਮੇਸ਼ਾ ਸਪੋਰਟ ਕਰਨ ਵਾਸਤੇ ਇਹੋ ਜਿਹੇ ਜਿਹੜੇ ਕੁਝ ਲੋਕ ਹਨ ਉਹ ਅੱਗੇ ਆ ਜਾਂਦੇ ਹਨ। ਇਹਨਾਂ ਤੋਂ ਜਦੋਂ ਸਵਾਲ ਕਰੋ ਕਿ ਗੁਰੂ ਸਾਹਿਬ ਔਰਤਾਂ ਨੂੰ ਬਣਾ ਕੇ ਪਛਤਾ ਰਹੇ ਹਨ, ਰੱਬ ਜਿਹੜਾ ਹੈ ਔਰਤਾਂ ਨੂੰ ਬਣਾ ਕੇ ਪਛਤਾ ਰਿਹਾ ਹੈ, ਤਾਂ ਇਹ ਕਹਿੰਦੇ ਨੇ ਜੀ ਨਹੀਂ, ਇਹਦੇ ਤੇ ਉਹ ਗੱਲ ਹੀ ਟਾਲ ਜਾਂਦੇ ਨੇ। ਮਤਲਬ ਕਿ ਰੱਬ ਪਛਤਾਉਂਦਾ ਹੈ? ਜਿਹੜਾ ਰੱਬ ਇੰਨੀ ਵੱਡੀ ਕਾਇਨਾਤ ਚਲਾ ਰਿਹਾ ਹੈ ਸਿੱਖੀਜ਼ਮ ਅਨੁਸਾਰ, ਜਿਹੜਾ ਰੱਬ ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ, ਉਹ ਰੱਬ ਆਪਣੀ ਕਿਸੇ ਕਿਰਤ ਨੂੰ ਬਣਾ ਕੇ ਪਛਤਾ ਰਿਹਾ, ਉਹ ਪਛਤਾਉਂਦਾ ਵੀ ਹੈ। ਤੇ ਇਹਨਾਂ ਦੇ ਮੂੰਹ ਤੇ ਬਿਲਕੁਲ ਜ਼ੀਰੋ ਹੋ ਜਾਂਦਾ, ਕੋਈ ਜਵਾਬ ਨਹੀਂ ਦਿੰਦੇ, ਫਿਰ ਉੱਥੋਂ ਦੀ ਭੱਜਦੇ ਨੇ। ਇੱਕ ਚੀਜ਼ ਹੋਰ ਹੈ ਵੀਰ ਜੀ ਕਿ ਜਿਹੜੀ ਅਸੀਂ ਮੁਆਫੀ ਦੀ ਗੱਲ ਕੀਤੀ ਹੈ, ਹੁਣ ਅਗਰ ਅਸੀਂ ਦੇਖੀਏ ਕਿ ਇੱਕ ਬੜਾ ਆਸਾਨ ਜਿਹਾ ਤਰੀਕਾ ਬਣਾਤਾ ਹੈ ਕਿ ਗਲਤੀ ਕਰੋ, ਫਿਰ ਉਹ 4-5 ਸਾਲ ਬਾਅਦ ਉਹ ਗਲਤੀ ਉਜਾਗਰ ਹੁੰਦੀ ਹੈ। ਤਦ ਤੱਕ ਗਲਤੀ ਜਿਹੜੀ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ ਘੁੰਮ ਕੇ ਜੋ ਆਪਣਾ ਕੰਮ ਕਰਨਾ ਹੁੰਦਾ ਹੈ ਨੁਕਸਾਨ ਕਰ ਦਿੰਦੀ ਹੈ। ਫਿਰ ਉਹਦੇ ਵਾਸਤੇ ਜੀ ਮੁਆਫੀ ਮੰਗੋ ਔਰ ਮੁਆਫੀ ਦਿੱਤੀ ਜਾਂਦੀ ਹੈ, ਭੁੱਲ ਦੀ ਖਿਮਾ ਹੋ ਜਾਂਦੀ ਹੈ। ਪਰ ਉਹ ਜਿਸ ਬੰਦੇ ਨੇ ਗਲਤੀ ਕੀਤੀ ਹੈ ਉਹ ਗਲਤੀ ਦੀ ਖਿਮਾ ਤੇ ਉਹਨੂੰ ਮਿਲ ਜਾਂਦੀ ਹੈ, ਪਰ ਉਹ ਗਲਤੀ ਸਾਰੇ ਪਾਸੇ ਘੁੰਮ ਕੇ ਬੜਾ ਵੱਡਾ ਨੁਕਸਾਨ ਕਰ ਜਾਂਦੀ। ਹੁਣ ਜਿਵੇਂ ਅਗਰ ਇਹ ਗੁਟਕਾ ਉਹਨਾਂ ਨੇ ਬਣਾਇਆ ਵੇ, ਹੁਣ ਉਹ ਅਗਰ ਅਕਾਲ ਤਖਤ ਜਾ ਕੇ ਗਲਤੀ ਮੰਨਣਗੇ, ਅਕਾਲ ਤਖਤ ਸਾਹਿਬ ਉਹਨੂੰ ਮਾਫ ਕਰ ਦੇਗਾ, ਪਰ ਇਹ ਗੁਟਕਾ ਪਿਛਲੇ 50 ਸਾਲ ਤੋਂ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਪਿਆ ਵੇ। ਹੁਣ ਉਹ ਜਿਹੜੀ ਮਿਲਗੋਬਾ ਜਿਹੜਾ ਕਰਨਾ ਸੀਗਾ ਬਾਣੀ ਦਾ ਉਹ ਕਰ ਚੁੱਕਾ ਵੇ। ਹੁਣ ਤੁਸੀਂ ਗੁਟਕੇ ਕਿੰਨੇ ਗੁਟਕੇ, ਮੇਰੇ ਖਿਆਲ ਨਾਲ ਲੱਖਾਂ ਦੀ ਤਾਦਾਦ ਦੇ ਗੁਟਕੇ ਬਣ ਗਏ ਹੋਣਗੇ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਵਾ ਕਿ ਇਸ ਜਿਹੜਾ ਦੁਬਾਰਾ ਇਹ ਮਸਲਾ ਸ਼ੁਰੂ ਹੋਇਆ ਵੇ, ਹੁਣ ਤੱਕ ਬਿਪਰਾ ਨੇ ਇਹਨਾਂ ਗੁਟਕਿਆਂ ਨੂੰ ਆਪਣੇ ਅਨੁਸਾਰ ਵੀ ਛਾਪ ਲਿਆ ਹੋਏਗਾ, ਉੱਥੇ ਆਪਣੇ ਪ੍ਰਕਾਸ਼ਨ ਦੇ ਵੀ ਛਾਪ ਲਿਆ ਹੋਏਗਾ। ਹੁਣ ਅਗਰ ਤੁਸੀਂ ਘਰੋਂ ਲੱਭ ਕੇ ਵੀ ਅਗਰ ਇਹ ਗੁਟਕੇ ਜਿਹੜੇ ਹੈਗੇ ਨੇ ਇਹਨਾਂ ਦਾ ਸੰਸਕਾਰ ਕਰ ਦੋਗੇ, ਇਹਨਾਂ ਨੂੰ ਸਾੜ ਦੋਗੇ ਇਸ ਬਾਣੀ ਨੂੰ, ਇਸ ਗੁਟਕੇ ਦੀ ਬਾਣੀ ਨੂੰ, ਪਰ ਜਿਹੜੇ ਬਿਪਰਾ ਨੇ ਇਹ ਜਿਹੜੀ ਚੀਜ਼ ਸੰਭਾਲੀ ਹੈ ਉਹ ਤੁਹਾਡੇ ਖਿਲਾਫ ਹਮੇਸ਼ਾ ਉਹ ਵਰਤਦੇ ਰਹਿਣਗੇ। ਤੇ ਇਹੋ ਜਿਹੀਆਂ ਗਲਤੀਆਂ ਕੀ ਸਾਡੇ ਕੋਲ ਇੱਕ ਸਵਾਲ ਹੈ, ਸਾਰੇ ਵਿਊਅਰਸ ਨੂੰ ਸਵਾਲ ਹੈ, ਸਪੈਸ਼ਲੀ ਅਕਾਲ ਤਖਤ ਸਾਹਿਬ ਨੂੰ ਸਾਡਾ ਸਵਾਲ ਹੈ ਕਿ ਅਸੀਂ ਕਿਸ ਬਿਨਾਂ ਦੇ ਉੱਤੇ ਆਪਣੇ ਪ੍ਰਕਾਸ਼ਕ ਚੁਣਦੇ ਹਾਂ ਕਿ ਇਹ ਸਾਡਾ ਕੰਮ ਛਾਪਣਗੇ। ਨੰਬਰ 2, ਕੀ ਇਹਨਾਂ ਪ੍ਰਕਾਸ਼ਕਾਂ ਦੇ ਕੋਲ ਕੋਈ ਪ੍ਰੂਫ ਰੀਡਰ ਨਹੀਂ ਹੈਗਾ? ਜੇ ਹੈਗਾ ਵੇ ਤੇ ਉਹਦੀ ਕਾਬਲੀਅਤ ਕੀ ਹੈ? ਨੰਬਰ 3, ਕੀ ਇਹਨਾਂ ਤੇ ਰੈਗੂਲਰ ਚੈੱਕ ਨਹੀਂ, ਅਗਰ ਉਹਨਾਂ ਦਾ ਆਪਣਾ ਪ੍ਰੂਫ ਰੀਡਰ ਹੈਗਾ ਵੇ, ਕੀ ਅਕਾਲ ਤਖਤ ਸਾਹਿਬ ਦਾ ਕੋਈ ਪ੍ਰੂਫ ਰੀਡਰ ਇਹਨਾਂ ਦੇ ਉੱਤੇ ਨਜ਼ਰ ਰੱਖਦਾ ਵੇ? ਜੇ ਉਹ ਰੱਖਦਾ ਵੇ ਤੇ ਇਹੋ ਜਿਹੀ ਗਲਤੀ ਕਿਉਂ ਹੋ ਰਹੀ ਹੈ? ਕਿਉਂ ਅਸੀਂ ਇੰਨੀਆਂ ਵੱਡੀਆਂ ਗਲਤੀਆਂ ਬਾਰ-ਬਾਰ ਕਰਦੇ ਆ ਰਹੇ ਹਾਂ? ਸਾਡੀ ਬਾਣੀ ਦੇ ਨਾਲ ਸਿੱਖ ਹਮੇਸ਼ਾ ਇੱਕੋ ਪਾਸੇ ਨਵੇਕਲਾ ਸੀਗਾ ਕਿ ਉਹਦੀ ਬਾਣੀ ਦੇ ਨਾਲ ਕਦੀ ਛੇੜਛਾੜ ਨਹੀਂ ਸੀ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਉਹਨਾਂ ਨੇ ਬਾਹਰੋਂ ਬਾਣੀ ਲਿਆਂਦੀ, ਦੂਜੇ ਗ੍ਰੰਥ ਛਾਪੇ, ਦੂਜੇ ਪੋਥੀਆਂ ਛਾਪੀਆਂ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਮਿਲਾਵਟ ਨਹੀਂ ਕਰ ਪਾਏ। ਹੁਣ ਇਹ ਜਿਹੜੀ ਹਿਮਾਕਤ ਹੋ ਰਹੀ ਹੈ, ਇਹ ਸ਼ਰੇਆਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰਲ ਮਿਲ ਕਰਨ ਦੀ ਜਿਹੜੀ ਹੈਗੀ ਉਹ ਹਰਕਤ ਹੋ ਰਹੀ ਹੈ। ਤਾਂ ਇਹੋ ਜਿਹੀਆਂ ਮਾਫੀਆਂ ਨੂੰ ਵੀ ਅਸੀਂ ਦੇਖ ਕੇ ਅਸੀਂ ਵੀਰ ਜੀ ਕੌਮ ਦਾ ਤੇ ਅਸੀਂ ਸਤਿਆਨਾਸ਼ੀ ਅਸੀਂ ਕਰੀ ਜਾ ਰਹੇ ਹਾਂ। ਵੀਰ ਜੀ, ਜਿੱਥੇ ਅਸੀਂ ਗੁਰਬਾਣੀ ਵਿੱਚ ਇਹ ਪੜ੍ਹਦੇ ਹਾਂ ਨਾ ਕਿ ਇਹ ਸਾਡੇ ਗੁਰੂ ਦਾ, ਸਾਡੇ ਰੱਬ ਦਾ ਇਹ ਗੁਣ ਹੈ ਕਿ ਉਹ ਇੱਕ ਮਾਂ-ਬਾਪ ਦੀ ਤਰ੍ਹਾਂ ਜਿਹੜਾ ਹੈ ਰਿਐਕਟ ਕਰਦਾ ਹੈ ਜਿਸ ਵਕਤ ਉਸਦਾ ਬੱਚਾ ਆ ਕੇ ਉਸਨੂੰ ਮਿਲਦਾ ਹੈ ਤੇ ਉਸ ਤੋਂ ਆਪਣੀ ਗਲਤੀ ਮੰਨਦਾ ਹੈ ਤੇ ਅਸੀਂ ਉਸਨੂੰ ਮਾਫ ਕਰ ਦਿੰਦੇ ਹਾਂ। ਇਹ ਸਿੱਖੀ ਦਾ ਬੜਾ ਵੱਡਾ
ਗੁਣ ਹੈ। ਨਹੀਂ ਵੀਰ ਜੀ, ਮੈਂ ਇੱਥੇ ਤੁਹਾਨੂੰ ਟੋਕਣਾ ਚਾਹਾਂਗਾ ਕਿ ਇਹ ਸਿੱਖੀ ਦਾ ਬੜਾ ਵੱਡਾ ਗੁਣ ਹੈ, ਪਰ ਹੁਣ ਅਸੀਂ ਗੱਲ ਕੀਤੀ ਹੈ ਕਿ ਅਸੀਂ ਹਾਲੇ ਤੱਕ ਰਾਮ ਰਾਈਆਂ ਨੂੰ ਮਾਫ ਨਹੀਂ ਕੀਤਾ, ਕਿਉਂਕਿ ਮੈਂ ਅੱਗੇ ਆ ਰਿਹਾ ਜਿਹੜੀ ਉਹਨਾਂ ਨੇ ਜੀ। ਗਲਤੀ ਕਰਤੀ ਹੈ ਉਹ ਜਿਹੜੀ ਹੈਗੀ ਹੈ ਉਹਨਾਂ ਨੂੰ ਮਾਫ ਕਰਤਾ ਹੀ ਠੀਕ ਹੈ, ਉਹਨਾਂ ਨੂੰ ਸਜ਼ਾ ਨਹੀਂ ਦਿੱਤੀ, ਪਰ ਉਹ ਜਿਹੜਾ ਇੱਕ ਆਪਣੇ ਦੇ ਨਾਲ ਜੋੜਨਾ ਸੀਗਾ ਉਹ ਜੁੜ ਨਹੀਂ ਪਾਏ, ਉਹਨਾਂ ਨੂੰ ਤੋੜਤਾ ਗਿਆ। ਮੈਂ ਉਸ ਦੀ ਗੱਲ ਮੈਂ ਇਸੇ ਗੱਲ ਤੇ ਆ ਰਿਹਾ ਹਾਂ ਜੀ, ਮੈਂ ਇਸੇ ਗੱਲ ਤੇ ਆ ਰਿਹਾ ਹਾਂ। ਪਰ ਉੱਥੇ ਹੀ ਗੁਰੂ ਸਾਹਿਬ ਨੇ ਇਹ ਦੇਖਿਆ ਕਿ ਗੁਰੂ ਸਾਹਿਬ ਨੇ ਜਦੋਂ ਵੀ ਕਦੀ ਸਿਧਾਂਤਾਂ ਉੱਤੇ ਕਿਸੇ ਨੇ ਹਮਲਾ ਕੀਤਾ, ਜਿਸਨੇ ਕਿਸੇ ਮਾੜੀ ਇੰਟੈਂਸ਼ਨ ਦੇ ਨਾਲ ਸਿਧਾਂਤਾਂ ਉੱਤੇ, ਅਸੀਂ ਦੇਖੀਏ ਕਿ ਜਿਸ ਵਕਤ 40 ਮੁਕਤਿਆਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਉੱਥੇ ਗੁਰੂ ਸਾਹਿਬ ਬੇਦਾਵਾ ਫਾੜ ਦਿੰਦੇ ਨੇ, ਪਰ ਜਦੋਂ ਕੋਈ ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬੇਈਮਾਨ ਬੋਲਦਾ ਹੈ ਤੇ ਉਸ ਦਾ ਐਸਾ ਇਤਿਹਾਸ ਲਿਖ ਕੇ ਜਾਂਦੇ ਨੇ ਕਿ ਉਹ ਅੱਜ ਤੱਕ ਸਾਡੇ ਕੋਲ, ਸਾਡੇ ਨਾਲ ਉਹਦਾ ਵਾਹ ਵਾਸਤਾ, ਔਰ ਜੀਵਨ ਭਰ ਸਦੀਆਂ ਬੀਤਦੀਆਂ ਜਾਵਾਂਗੀਆਂ, ਲੇਕਿਨ ਇਹਨਾਂ ਨਾਲ ਸਾਡਾ ਦੁਬਾਰਾ ਕਦੀ ਵੀ ਵਿਸਾਹ ਪੈਦਾ ਨਹੀਂ ਹੋਏਗਾ ਇੱਕ ਦੂਜੇ ਉੱਤੇ। ਸੀ ਮਤਲਬ ਇਹਨਾਂ ਨੂੰ ਅਸੀਂ ਕਦੀ ਵੀ ਆਪਣੇ ਵਿੱਚ ਨਹੀਂ ਲਿਆਵਾਂਗੇ। ਏਦਾਂ ਹੀ ਵੀਰ ਜੀ ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਕੋਈ ਵਿਅਕਤੀ ਅਗਰ ਕੋਈ ਐਸੀ ਭੁੱਲ ਕਰਦਾ ਹੈ ਜਿਹੜੀ ਬਖਸ਼ਣਯੋਗ ਹੋਏ, ਉਸਨੂੰ ਤੇ ਬਹੁਤ ਸੁਚੱਜੇ ਤਰੀਕੇ ਨਾਲ ਉਹ ਲੋਕ ਬਖਸ਼ਦੇ ਵੀ ਹਨ, ਬਹੁਤ ਅੱਛਾ ਕੰਮ ਕਰਦੇ ਹਨ। ਪਰ ਜਿੱਥੇ ਕੋਈ ਸਿਧਾਂਤ ਉੱਤੇ ਹਮਲਾ ਕਰੇ ਤਾਂ ਉਸੇ ਵਕਤ ਸਾਨੂੰ ਆਪਣੇ ਗੁਰੂ ਤੋਂ ਇਹ ਸਿੱਖਿਆ ਲੈ ਕੇ ਇਹ ਨਿਸ਼ਚਿਤ ਕਰ ਦੇਣਾ ਚਾਹੀਦਾ ਹੈ ਕਿ ਉਹ ਭਾਵੇਂ ਸਰਕਾਰਾਂ ਹੋਣ, ਉਹ ਭਾਵੇਂ ਲੁਕੀਆਂ ਏਜੰਸੀਆਂ ਹੋਣ, ਭਾਵੇਂ ਕੋਈ ਹਨ, ਇਹੋ ਜਿਹੇ ਬੰਦਿਆਂ ਨੂੰ ਇੰਨੀਆਂ ਸਖਤ ਸਜ਼ਾਵਾਂ ਦੇਣ ਕਿ ਇਹ ਜੀਵਨ ਭਰ ਜਿਹੜੇ ਇਹਨਾਂ ਦੇ ਜਿਹੜੇ ਅੱਗੇ ਨੁਮਾਇੰਦੇ ਹੁੰਦੇ ਨੇ, ਜੀਵਨ ਭਰ ਸੋਚਣ ਕਿ ਅਸੀਂ ਕਿਸੇ ਦੇ ਕਹਿਣ ਤੇ ਵੀ ਇਹ ਕਾਰਾ ਨਹੀਂ ਕਰਨਾ, ਕਿਉਂਕਿ ਹੁਣ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਹੁਕਮ ਲਾਗੂ ਹੋਣ ਜਾ ਰਿਹਾ ਹੈ। ਹਾਂ, ਜੇ ਤੁਸੀਂ ਪੋਲੀਟੀਕਲੀ ਰਹੋਗੇ ਕਿ ਬਈ ਪੋਲੀਟੀਕਲੀ ਪ੍ਰੈਸ਼ਰ ਵਿੱਚ ਕੰਮ ਕਰਨਾ ਹੈ, ਤਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਹੋਏ, ਫਿਰ ਭਾਵੇਂ ਕੁਝ ਵੀ ਹੋਏ, ਬੰਦਾ ਹੀ ਹੈ, ਬਿਲਡਿੰਗ ਹੀ ਹੈ, ਉੱਥੋਂ ਫਿਰ ਹੋਰ ਕੁਝ ਨਹੀਂ ਹੋ ਸਕਦਾ। ਉੱਥੇ ਫਿਰ ਰਿਸ਼ਵਤਾਂ ਦੇ ਵੀ ਇਲਜ਼ਾਮ ਲੱਗਣੇ ਤੇ ਹੋਰ ਵੀ ਕੁਝ ਹੋਣਾ। ਮੈਨੂੰ ਚਾਹੀਦਾ ਹੈ, ਮੈਨੂੰ ਲੱਗਦਾ ਹੈ ਇਸ ਵਕਤ ਇਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਇਸ ਵਕਤ ਸਖਤ ਤਾੜਨਾ ਕਰਨੀ ਚਾਹੀਦੀ ਹੈ ਤੇ ਇਹਦੇ ਉੱਤੇ ਜ਼ਰੂਰ ਕੋਈ ਨਾ ਕੋਈ ਇੱਕ ਐਸਾ ਵਿਉਂਤ ਬਣਾਉਣੀ ਚਾਹੀਦੀ ਹੈ ਜਿਸ ਨਾਲ ਅੱਗੋਂ ਦੀਆਂ ਰਿਪੀਟ ਨਾ ਹੋ ਸਕੇ। ਜੀ, ਕਿਉਂਕਿ ਇਹ ਸਾਡਾ ਇਤਿਹਾਸ ਸਾਨੂੰ ਬਿਲਕੁਲ ਸਾਫ਼ ਤੌਰ ਤੇ ਕਹਿੰਦਾ ਵੇ ਕਿ ਅਸੀਂ ਰਾਮ ਰਾਈਆਂ ਨਾਲ ਸਾਂਝ ਨਹੀਂ ਕਰਨੀ। ਰਾਮ ਰਾਈਏ ਉਹ ਨੇ ਜਿਨ੍ਹਾਂ ਨੇ ਬਾਣੀ ਦੇ ਨਾਲ ਤਰੋੜ ਮਰੋੜ ਕੀਤਾ ਸੀਗਾ, ਜਿਨ੍ਹਾਂ ਨੇ ਬਾਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸੀਗਾ, ਤੇ ਜੋ ਵੀ ਮਨੁੱਖ ਬਾਣੀ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰ ਰਿਹਾ ਵੇ ਉਹ ਸਿੱਖਾਂ ਲਈ ਰਾਮ ਰਾਈਆ ਹੀ ਹੈ। ਉਹ ਭਾਵੇਂ ਕੋਈ ਵੀ ਹੋਵੇ, ਕੋਈ ਵੀ ਕਿੰਨਾ ਵੀ ਵੱਡਾ ਪ੍ਰਕਾਸ਼ਕ ਕਿਉਂ ਨਾ ਹੋਵੇ, ਤੇ ਜੇਕਰ ਉਹ ਇਹ ਗਲਤੀ ਕਰ ਰਹੇ ਨੇ ਤਾਂ ਫਿਰ ਸਿੱਖਾਂ ਨੂੰ ਆਪਣੀ ਉਸ ਸੋਚ ਤੇ ਪਹਿਰਾ ਦੇਣਾ ਪੈਣਾ ਕਿ ਅਸੀਂ ਰਾਮ ਰਾਈਆ ਨਾਲ ਕੋਈ ਵੀ ਸਾਂਝ ਨਹੀਂ ਰੱਖਣੀ। ਤੇ ਜੇਕਰ ਹਲੇ ਵੀ ਅਸੀਂ ਉਹਨਾਂ ਦੇ ਨਾਲ ਸਾਂਝ ਕਰ ਰਹੇ ਹਾਂ, ਉਹਨਾਂ ਨੂੰ ਠੀਕ ਠਹਿਰਾ ਰਹੇ ਹਾਂ, ਉਹਨਾਂ ਦੀ ਗੱਲਾਂ ਦੇ ਉੱਤੇ ਪਹਿਰਾ ਦੇ ਰਹੇ ਹਾਂ, ਇਸ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਪ੍ਰਵਿਰਤੀ ਦੇ ਵਿੱਚ ਰਾਮ ਰਾਈ ਸੋਚ ਜਿਹੜੀ ਹੈਗੀ ਉਹ ਵਾੜਨੀ ਸ਼ੁਰੂ ਕਰਤੀ ਹੈ। ਤੇ ਫਿਰ ਅਸੀਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਿੱਖਾਂ ਦੇ ਨਾਲ ਰੋਜ਼ ਇੱਕ ਨਵਾਂ ਧੱਕਾ ਹੋ ਰਿਹਾ ਵੇ, ਤਾਂ ਫਿਰ ਸਭ ਤੋਂ ਪਹਿਲਾ ਜਿਹੜਾ ਧੱਕਾ ਵੇ ਉਹ ਅਸੀਂ ਆਪਣੇ ਆਪ ਨਾਲ ਆਪ ਖੁਦ ਕਰਦੇ ਪਏ ਹਾਂ। ਇਸ ਉੱਤੇ ਸਾਨੂੰ ਸੋਚਣਾ ਜ਼ਰੂਰ ਚਾਹੀਦਾ ਵੇ। ਅਸੀਂ ਇੱਥੇ ਹੁਣ ਅਸੀਂ ਸਾਰਿਆਂ ਕੋਲੋਂ ਇਜਾਜ਼ਤ ਲੈਂਦੇ ਹਾਂ। ਤੁਹਾਡੇ ਕੋਈ ਵੀ ਵਿਚਾਰ ਹੋਣ ਜਾਂ ਕੋਈ ਵੀ ਸਵਾਲ ਹੈ, ਤੁਸੀਂ ਸਾਨੂੰ ਇਨਬਾਕਸ ਕਰ ਸਕਦੇ ਹੋ। ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਸੀ ਤੁਹਾਡੇ ਸੁਝਾਅ ਤੇ ਤੁਹਾਡੇ ਜਿਹੜੇ ਸਵਾਲ ਆਏ ਸਨ ਉਹਨਾਂ ਦੇ ਅਨੁਸਾਰ ਹੀ ਰੱਖਿਆ ਸੀਗਾ। ਹੋਰ ਵੀ ਤੁਹਾਡੇ ਕੋਈ ਸਵਾਲ ਹਨ ਤੁਸੀਂ ਸਾਨੂੰ ਰੱਖ ਸਕਦੇ ਹੋ, ਔਰ ਅਸੀਂ ਜਲਦੀ ਹੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਸਵਾਲ ਦਾ ਜਿਹੜਾ ਜਵਾਬ ਹੈ ਇਸੇ ਤਰੀਕੇ ਨਾਲ ਇੱਕ ਚੰਗੇ ਸਕਾਲਰਾਂ ਦੇ ਨਾਲ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੀਏ। ਜਿੱਥੇ ਸਾਡੀ ਗਲਤੀ ਹੋਏਗੀ ਅਸੀਂ ਮੰਨਣ ਵਾਸਤੇ ਵੀ ਤਿਆਰ ਹਾਂ, ਲੇਕਿਨ ਜਿੱਥੇ ਵੀ ਸਿੱਖੀ ਤੇ ਹਮਲਾ ਹੈਗਾ ਅਸੀਂ ਉੱਥੇ ਖੜਨ ਵਾਸਤੇ ਵੀ ਬਿਲਕੁਲ ਤੁਹਾਡੇ ਨਾਲ ਅਸੀਂ ਤਿਆਰ ਹਾਂ। ਅਸੀਂ ਸਾਰੇ ਵਿਊਜ਼ ਦਾ ਔਰ ਵੀਰ ਕਵਲਪਾਲ ਸਿੰਘ ਦਾ ਧੰਨਵਾਦ ਕਰਦੇ ਹੋਏ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਬੜੀ ਜਲਦੀ ਹੀ ਤੁਹਾਨੂੰ ਨਵੇਂ ਇੱਕ ਅਹਿਮ ਮੁੱਦੇ ਨਾਲ ਫਿਰ ਅਸੀਂ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।